पाकिस्तान बनने तो कोई 25-30 साल पहले हाँ जी। जग्गा डाकू उत्थे डाका मारन घुमियारी वाला क्योंकि घुमियारी वाला मशहूर सी, अमीर लोग ने, तो वो 2-3 नां उन्हें नोट किए हुए सी भी इन्होंने मैं जाके डाका मारना है, उन्होंने पेटियां तोड़नियां। अच्छा। वो बंदे 4 सी या 3 सी। बाकी अमरीका की लाइब्रेरी च घुमियारी वाला रिकॉर्ड है जो जंग के दौरान जो साका होया ना, वो रिकॉर्ड है। ਨਾਮ ਹੈ ਤੁਹਾਡਾ? मेरा नाम जगदीश चंद्र कालड़ा है। ਦੇਸ਼ ਤਕਸੀਮ ਤੋਂ ਪਹਿਲਾਂ ਤੁਹਾਡਾ ਕਿਹੜਾ ਪਿੰਡ ਸੀਗਾ ਜੀ? घुमियारी वाला। ਘੁਮਾਰੀ ਵਾਲਾ ਵੇਲੇ ਉਸ ਵੇਲੇ ਤੁਹਾਡੀ ਕਿੰਨੀ ਕੁ ਏਜ ਸੀਗੀ ਲਗਭਗ? मेरी उस वाले 10 साल उम्र सी। ਤੇ ਕੋਈ ਉੱਥੋਂ ਦੀ ਦਾਸਤਾਨ ਦੱਸੇ ਜੋ ਵਾਪਰਿਆ ਜਾਂ ਜੋ ਹੋਇਆ ਸੀਗਾ? ਉੱਥੇ ਜੀ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਬਾਅਦ ਸਾਡਾ ਪਿੰਡ ਘੁਮਿਆਰੀ ਵਾਲਾ ਜਿਹੜਾ ਕਿ ਫਾਜ਼ਿਲਕਾ ਤੋਂ 50 ਕਿਲੋਮੀਟਰ ਦੇ ਫਾਸਲੇ 'ਤੇ ਸਥਿਤ ਹੈ, ਪਾਕਿਸਤਾਨ ਵਿੱਚ ਆ ਗਿਆ। ਸਾਡਾ ਪਿੰਡ ਬਹੁਤ ਅਮੀਰ ਸੀ। ਕਾਲੜੇ ਅਤੇ ਹੋਰ ਬਜਾਜ ਵੀ ਰਹਿੰਦੇ, ਕਾਲੜੇ ਵੀ ਰਹਿੰਦੇ, ਕਾਲੜਿਆਂ ਦੇ ਨਾਲ ਗਗਨੇਜੇ ਵੀ ਰਹਿੰਦੇ ਸੀ, ਹੋਰ ਜ਼ਾਤਾਂ ਵੀ ਰਹਿੰਦੀਆਂ ਸੀ, ਤਾਂ ਕਾਫੀ ਅਮੀਰ ਪਿੰਡ ਸੀ। ਜਦੋਂ ਪਹਿਲਾਂ ਤੁਹਾਡੇ ਕੋਈ ਮੁਸਲਮਾਨ ਦੋਸਤ ਵੀ ਹੁੰਦੇ ਸੀਗੇ ਪਾਕਿਸਤਾਨ ਵਿੱਚ? ਹਾਂਜੀ। ਸਾਰੇ ਦੋਸਤ ਹੀ ਹੈ। ਆਪਣਾ ਸ਼ਹਿਰ ਜਿਹੜਾ ਸੀ ਅਮੀਰ ਸੀ, ਜ਼ਿਮੀਂਦਾਰਾਂ ਦੇ ਕਾਲੜੇ। ਅੱਛਾ। ਉੱਥੇ ਕਾਲੜੇ ਸੀ, ਗਗਨੇਜੇ ਸੀ, ਫਿਰ ਹੋਜੇ ਸੀ। ਤਾਂ ਉਹ ਮਤਲਬ ਮੁਸਲਮਾਨ ਤਾਂ ਪਿੰਡ ਤੋਂ ਬਾਹਰ ਰਹਿੰਦੇ ਸੀ ਅਤੇ ਸਾਡੀ ਰਿਆਇਆ ਸੀ। ਉਹ ਸਾਡੇ ਵਰਕ ਕਰਦੇ ਸੀ, ਮਤਲਬ ਨੌਕਰੀਆਂ ਤੇ ਪਰ ਉਹਨਾਂ ਦੀ ਜ਼ਮੀਨ ਤਾਂ ਨਹੀਂ ਸੀ ਨਾ। ਕੋਈ ਜਿਹੜੇ ਦੋਸਤ ਤੁਹਾਡੇ ਹੈਗੇ ਸੀ, ਕੋਈ ਨਾਮ ਯਾਦ ਹੈ ਮੇਰੇ? ਹਾਂਜੀ। ਓਹੋ, ਮੇਰਾ ਦੋਸਤ ਕੀ ਮੈਂ ਛੋਟਾ ਜਿਹਾ ਸੀ। ਅੱਛਾ। ਨਹੀਂ, ਆਪਣੇ ਦੋਸਤ ਕੋਈ ਨਹੀਂ ਯਾਦ, ਐਵੇਂ ਤੁਹਾਨੂੰ ਮੈਂ ਆਖਾਂ। ਉਹਨਾਂ ਨਾਲ ਰਲ ਕੇ ਖੇਡਦੇ ਹੋਣੇ ਬਸ? ਹਾਂ, ਨਹੀਂ ਰਲ ਕੇ ਅਸੀਂ ਆਪ ਖੇਡਦੇ ਸਨ। ਨਹੀਂ, ਆਪਦੀ ਬਰਾਦਰੀ ਨਾਲ ਹੀ ਖੇਡਦੇ ਸਨ। ਪਿੰਡ ਦੇ ਵਿੱਚ ਤੁਹਾਡਾ ਮਕਾਨ ਕਿੱਥੇ ਜੀ ਕਰਕੇ ਹੈਗਾ ਸੀ, ਕੋਈ ਯਾਦ ਹੋਣਾ? ਬਿਲਕੁਲ ਯਾਦ ਹੈ। ਹੁਣ ਤੁਹਾਨੂੰ ਕਿਵੇਂ ਦੱਸਾਂ ਵੀ ਮਤਲਬ ਸਾਡੇ ਪਿੰਡ ਦੇ ਉੱਤਰ ਵੱਲ ਮਕਾਨ ਸੀ ਸਾਡਾ। ਅੱਛਾ। ਇਹੀ ਦੱਸ ਸਕਦੇ ਹਾਂ। ਦੱਸੋ ਆਪਾਂ ਉੱਥੋਂ ਗਲੀ ਤੇ ਕੀ ਦੱਸ। ਤੇ ਕਿਸ ਨਾਮ ਤੇ ਉਹ ਮਸ਼ਹੂਰ ਸੀਗਾ ਤੁਹਾਡਾ ਘਰ? ਸਾਡਾ ਘਰ? ਹਾਂਜੀ। ਸਾਡਾ ਘਰ ਮੇਰੇ ਬਾਪੂ ਦੇ ਨਾਂ ਤੇ, ਈਸ਼ਰ ਸਿੰਘ ਕਾਲੜੇ ਦੇ ਨਾਂ। ਕੋਈ ਆਸ-ਪਾਸ ਗੁਰਦੁਆਰਾ, ਮੰਦਰ, ਮਸਜਿਦ ਜਾਂ ਦੁਕਾਨ ਕੋਈ? ਨਹੀਂ, ਆਸ-ਪਾਸ ਬਾਜ਼ਾਰ ਸੀ, ਮੰਦਰ ਨਹੀਂ ਸੀ। ਮੰਦਰ ਬਾਹਰ ਸਨ। ਮੰਦਰ ਮਤਲਬ ਵੀ ਅੱਗੇ ਸੀ ਪਿੰਡ ਦੇ ਵਿੱਚ। ਫਿਰ ਜਦੋਂ ਉਹਨਾਂ ਨਾਲ ਤੁਹਾਡੀ ਗੁਰਦੁਆਰਾ ਨਹੀਂ ਸੀ ਉੱਥੇ। ਅੱਛਾ। ਜਦੋਂ ਤੁਹਾਡੀ ਬਣਦੀ ਵੀ ਸੀਗੀ ਉਹਨਾਂ ਨਾਲ, ਫਿਰ ਇੱਕਦਮ ਇਹੋ ਜਿਹਾ ਕੀ ਕਾਰਨ ਬਣਿਆ ਵੀ ਵੱਡੋ ਟੁੱਕ ਸ਼ੁਰੂ ਹੋ ਗਈ? ਕਾਰਨ ਇਹ ਬਣਿਆ ਕਿ ਉੱਥੇ ਬਲੋਚਿਸਤਾਨ ਅਤੇ ਸੂਬਾ ਸਰਹੱਦ ਦੇ ਜਿਹੜੇ ਕਬਾਇਲੀ ਸੀ ਨਾ, ਉਹ ਪੰਜਾਬ ਵਿੱਚ ਆ ਕੇ ਦਾਖਲ ਹੋ ਕੇ ਲੁੱਟਮਾਰ ਸਾਰੇ ਕਰਦੇ ਆਉਂਦੇ ਸੀ। ਅਤੇ ਸਾਡੇ ਪਿੰਡ ਨੂੰ ਕਿਉਂਕਿ ਮਸ਼ਹੂਰ ਸੀ, ਘੇਰਾ ਪਾ ਲਿਆ। ਜਿਹੜੇ ਸਾਡੇ ਮੁਸਲਮਾਨ ਸਨ, ਸਾਡੇ ਨਾਲ ਰਹਿਣ ਵਾਲੇ, ਉਹਨਾਂ ਨੇ ਸਾਡੇ ਬਜ਼ੁਰਗਾਂ ਨੂੰ ਇਹ ਗੱਲ ਕਹੀ ਕਿ ਤੁਸੀਂ ਜ਼ਬਾਨੀ ਕਹਿ ਦਿਓ ਵੀ ਅਸੀਂ ਮੁਸਲਮਾਨ ਹੋ ਜਾਵਾਂਗੇ ਅਤੇ ਹੋ ਗਏ ਹਾਂ, ਅਤੇ ਤੁਹਾਨੂੰ ਅਸੀਂ ਕੁਝ ਨਹੀਂ ਆਖਾਂਗੇ। ਪਰ ਸਾਡੇ ਬਜ਼ੁਰਗਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਵੀ ਅਸੀਂ ਮੁਸਲਮਾਨ ਨਹੀਂ ਹੋਣਾ ਅਤੇ ਅਸੀਂ ਲੜਾਂਗੇ। ਤਾਂ ਉਸ ਸੂਰਤ ਦੇ ਵਿੱਚ ਕਬਾਇਲੀ ਲੋਕਾਂ ਦੀਆਂ ਬੰਦੂਕਾਂ 303 ਬਹੁਤ ਤੇਜ਼ ਸਨ। ਸਾਡੇ ਕੋਲ ਸਨ ਬੰਦੂਕਾਂ ਲਾਇਸੈਂਸੀ, ਕਬੂਤਰ ਮਾਰਨ ਵਾਲੀਆਂ। ਤਾਂ ਉਹ ਫਿਰ ਉਹਨਾਂ ਦੀ ਬੰਦੂਕਾਂ ਜਿਹੜੀਆਂ ਸੀ ਉਹ ਜ਼ਿਆਦਾ ਕੰਮ ਕਰਦੀਆਂ ਸੀ। ਤਾਂ ਮਾਸਟਰ ਆਪਣੇ ਲੇਖ ਰਾਜ, ਸ਼ਾਇਦ ਜਾਣਦੇ ਹੋ, ਮਾਸਟਰ ਲੇਖ ਰਾਜ ਜਿਹੜਾ ਹੈ, ਉਹਦੇ ਫਾਦਰ ਅਵਿਨਾਸ਼ੀ ਲਾਲ ਅਤੇ ਹੋਰ ਸਾਡੇ ਬਜ਼ੁਰਗਾਂ ਨੇ ਉੱਤੇ ਚੁਬਾਰਿਆਂ ਦੇ ਚੜ੍ਹ ਕੇ ਅਤੇ ਉਹਨਾਂ ਦਾ ਮੁਕਾਬਲਾ ਕੀਤਾ ਔਰ ਆਖਿਰਕਾਰ ਸ਼ਹੀਦ ਹੋ ਗਏ। ਸ਼ਹੀਦ ਹੋ ਕੇ ਕੰਮ ਜਿਹੜਾ ਸੀ ਉਹਨਾਂ ਗੇਟ ਤੋੜ ਦਿੱਤੇ। ਗੇਟ ਤੋੜ ਕੇ ਅਤੇ ਸਾਡੇ ਪਿੰਡ ਦਾਖਲ ਹੋ ਗਏ, ਕਤਲੇਆਮ ਕਰਤੀ। ਔਰ ਹਰ ਘਰ ਦਾ ਬੰਦਾ ਲਗਭਗ 2-2 4-4 ਮਾਰੇ ਗਏ। ਹਰੇਕ ਘਰ ਦੇ? ਲਗਭਗ
ਹਾਂਜੀ ਉਹਨੂੰ ਘੇਰਾ ਪਾ ਕੇ ਤੇ ਭੱਜਣ ਦਿੱਤੇ ਹੀ ਨਹੀਂ ਨਾ ਫਿਰ। ਫਿਰ ਤੁਸੀਂ ਆਏ ਕਿਵੇਂ, ਉੱਥੋਂ ਨਿਕਲੇ ਕਿਵੇਂ? ਅਸੀਂ 40-50 ਬੰਦਾ ਰਲ ਕੇ ਸਾਡੀ ਭੈਣ ਵੀ ਆਈ ਹੋਈ ਸੀ, ਭਣਵਈਆ ਵੀ ਆਇਆ ਸੀ। ਅਸੀਂ ਪਾਕਿਸਤਾਨ ਬਣਨ ਤੋਂ 1-2 ਦਿਨ ਪਹਿਲੇ ਪਿੰਡ ਛੱਡ ਦਿੱਤਾ ਸੀ। ਅਸੀਂ ਅੱਛਾ 50 ਕੁ ਬੰਦਾ, ਮੇਰਾ ਵੱਡਾ ਭਰਾ ਭਗਵਾਨ ਦਾਸ ਹੈ, ਉਹ ਸਾਡੀ ਦੁਕਾਨ ਸੀ ਇੱਕ ਚੱਕ ਪਠਾਣਾ ਵਿੱਚ, ਉਹ ਸਰਬਰਾਹ ਨੰਬਰਦਾਰ ਸੀ। ਕਸੂਰ ਦਾ ਪਠਾਨ ਸੀ ਇੱਕ, ਤੇ ਉਹਦੀ ਬੜੀ ਗੂਕ ਆਉਂਦੀ ਸੀ। ਉਹ ਸਾਨੂੰ ਆਪਦੇ ਕੋਲ ਲੈ ਗਿਆ ਉੱਥੇ, ਤੇ ਉੱਥੋਂ ਅਸੀਂ ਫਿਰ ਮੱਲੇ ਕੇ ਗਏ, ਉੱਥੇ ਰਹੇ। ਇਸ ਤਰ੍ਹਾਂ ਅਸੀਂ ਬਚ ਗਏ। ਤੇ ਜਿਸ ਦਿਨ ਅਸੀਂ ਵਾਪਸ ਅਮਨ ਅਮਾਨ ਹੋ ਗਿਆ, ਘੁਮਿਆਰੀ ਵਾਲੇ ਆਏ, ਤੇ ਅੱਗੋਂ ਹਿੰਦੂ ਮਿਲਟਰੀ ਆਈ ਖੜੀ ਸੀ ਸਾਨੂੰ ਲੈਣ ਵਾਸਤੇ, ਘੁਮਿਆਰੀ ਵਾਲੇ ਦੇ ਲੋਕਾਂ ਨੂੰ। ਉਹ ਲੋਕ ਵੀ ਜਿਹੜੇ ਬਚੇ ਸੀ, ਜੇ ਕੋਈ ਲੁੱਕ ਗਿਆ, ਕੋਈ ਕਿਵੇਂ, ਜਾਂ ਕਾਫੀ ਬਚ ਵੀ ਗਏ ਸੀ ਨਾ, ਕੋਈ ਸਾਰੇ ਤਾਂ ਮਾਰੇ ਨਹੀਂ ਗਏ। ਤਾਂ ਉਹ ਮਿਲਟਰੀ ਦਾ ਉਸ ਕਾਫਲੇ ਦੇ ਨਾਲ ਅਸੀਂ ਘੁਮਿਆਰੀ ਵਾਲੇ ਤੋਂ ਪਾਕਪਟਨ ਆਏ। ਪਾਕਪਟਨ ਤੋਂ ਕਾਫਲਾ ਰਾਤ ਉੱਥੇ ਰਹੇ, ਕਾਫਲਾ ਵੱਡਾ ਬਣ ਕੇ ਅਗਲੇ ਦਿਨ ਅਸੀਂ ਹੈਡ ਸੁਲੇਮਾਨ ਕੀ ਤੇ ਚੱਲੇ। ਰਸਤੇ ਵਿੱਚ ਹਵੇਲੀ ਆਉਂਦਾ, ਸੈਂਟਰ ਜਗ੍ਹਾ ਲਗਭਗ ਉਹ ਹਵੇਲੀ ਰਾਤ ਪਈ ਸਾਨੂੰ। ਉੱਥੇ ਅਸੀਂ ਰੋਟੀਆਂ ਪਕਾਈਆਂ। ਤੇ ਸਾਡਾ ਇੱਕ ਬੇਲੀ, ਮੇਰੇ ਬਣਵਈਏ ਦਾ ਬੇਲੀ, ਉਹ ਪਿੰਡ ਦਾ, ਉਹ ਗੱਡੇ 'ਤੇ ਆਦੀ ਇੱਕ ਬੋਰੀ ਆਟੇ ਦੀ ਲਈ ਆਉਂਦਾ ਸੀ। ਉਹਨੇ ਸਾਨੂੰ ਵੀ ਆਟਾ ਦਿੱਤਾ, ਰਾਤੀ ਦੀ ਪਕਾਈਆਂ ਖਾਧੀਆਂ ਰੋਟੀਆਂ ਰਾਟੀਆਂ। ਮਤਲਬ ਆਟਾ ਵੀ ਨਹੀਂ ਤੁਸੀਂ ਲੈ ਕੇ ਆਏ? ਨਾ ਕੁਝ ਵੀ ਨਹੀਂ, 4 ਕੱਪੜੇ ਲੈ ਕੇ ਸਿਰਫ ਟੂਮਾ ਟਾਂਬਾ ਜਿਹਨੂੰ ਕਿਸੇ ਹੱਥੀਂ ਆਈਆਂ, ਸੋਨਾ ਸਾਨਾ ਜਿਹੜੇ ਨੇੜੇ ਪਿਆ ਉਹ ਚੱਕ ਲਿਆ। ਬਾਕੀ ਨੇ ਤਾਂ ਕਿਉਂਕਿ ਉਹ ਮਿਲਟਰੀ ਨੇ ਕਿਹਾ ਜਲਦੀ ਕਰੋ, ਨਿਕਲੋ ਬਾਹਰ। ਜਿੰਨੇ ਨੇ ਕੋਈ ਕੱਢ ਲਿਆ, ਜਿਹਦੇ ਨੇੜੇ ਪਿਆ ਸੀ ਉਹ ਚੱਕ ਲਿਆ। ਅਤੇ ਫਿਰ ਕਈ ਬਾਅਦ ਵਿੱਚ ਗਏ ਲੈਣ ਵਾਸਤੇ, ਕੱਢ ਕੇ ਲਿਆ ਸੋਨਾ ਸਾਨਾ। ਤਾਂ ਉਹ ਅਸੀਂ ਇੱਕ ਰਾਤ ਸਾਨੂੰ ਹਵੇਲੀ ਪਈ। ਹਵੇਲੀ ਤੋਂ ਅਗਲੀ ਰਾਤ ਜਿਹੜੀ ਉਹ ਸਾਨੂੰ ਹੈਡ ਸੁਲੇਮਾਨ ਕੀ 'ਤੇ ਪਈ। ਹੈਡ ਸੁਲੇਮਾਨ ਕੀ ਤੋਂ ਥੱਕ ਗਏ ਸਾਂ, ਉੱਥੇ ਸੁੱਤੇ। ਸਵੇਰੇ ਬੱਸਾਂ ਆਈਆਂ ਫਾਜ਼ਿਲਕਾ ਤੋਂ, ਸਰਕਾਰ ਦੀਆਂ, ਪ੍ਰਾਈਵੇਟ ਜਾਂ ਕੋਈ ਸਰਕਾਰ ਨੇ ਭੇਜੀਆਂ, ਉਹਨਾਂ 'ਤੇ ਬਹਿ ਕੇ ਫਾਜ਼ਿਲਕਾ ਆ ਗਏ। ਫਾਜ਼ਿਲਕਾ ਅਸੀਂ ਕੁਝ ਦਿਨ ਰਹੇ। ਅਸੀਂ ਜਿਹੜੀ ਮੈਂ ਆਪ ਦੀ ਗੱਲ ਕਰ ਰਿਹਾ, ਅਸੀਂ ਰਹੇ। ਅਤੇ ਉਦੋਂ ਕੋਈ ਹਫ਼ਤਾ 10 ਦਿਨ ਬਾਅਦ ਅਸੀਂ ਇੱਥੋਂ ਨਿਕਲ ਕੇ ਜਗਰਾਓਂ ਚਲੇ ਗਏ। ਜਗਰਾਓਂ ਤੋਂ ਨਿਕਲ ਕੇ ਅਸੀਂ ਸਹਾਰਨਪੁਰ ਚਲੇ ਗਏ। ਸਹਾਰਨਪੁਰ ਤੋਂ ਨਿਕਲ ਕੇ ਅਸੀਂ ਮੇਰਠ ਚਲੇ ਗਏ। ਮੇਰਠ ਤੋਂ ਹਟ ਕੇ ਫਿਰ ਜਗਰਾਓਂ ਆ ਗਏ। ਫਿਰ ਜ਼ਮੀਨ ਇੱਥੇ ਮੌਜ਼ਮ ਅਲਾਟ ਹੋ ਗਈ, ਅਤੇ ਫਿਰ ਅਸੀਂ ਵਾਪਸ ਆ ਗਏ। ਉੱਥੇ ਤੁਸੀਂ ਪੜ੍ਹਦੇ ਵੀ ਸੀਗੇ? ਨਹੀਂ। ਅੱਛਾ, ਮਤਲਬ ਇੱਥੇ ਆ ਕੇ ਪੜ੍ਹਾਈ ਕੀਤੀ ਸਾਰੀ? ਨਾ, ਉੱਥੇ ਪਾਕਿਸਤਾਨ ਪੜ੍ਹਦਾ ਸੀ ਮੈਂ ਚੌਥੀ ਸਕੂਲ ਹੈਗਾ ਸੀ? ਸਕੂਲ ਉੱਥੇ ਮਿਡਲ ਸਕੂਲ ਸੀ। ਨਾ, ਲੋਅਰ ਮਿਡਲ। ਉਹ ਮਿਡਲ ਅਤੇ ਪ੍ਰਾਇਮਰੀ ਦੇ ਵਿੱਚ ਇੱਕ ਲੋਅਰ ਮਿਡਲ ਹੁੰਦਾ ਹੈ। 6 ਜਮਾਤਾਂ ਨੂੰ ਕਹਿੰਦੇ। ਅੱਛਾ। ਉਹ ਸਾਡੇ ਪ੍ਰਾਇਮਰੀ ਵੀ ਉੱਥੇ ਨਹੀਂ ਹੈਗੇ ਸੀ, ਕੋਈ ਕਾਫੀ ਦੂਰ ਕੱਦਾ ਪ੍ਰਾਇਮਰੀ ਸਕੂਲ ਸੀ। ਅਤੇ ਸਾਡਾ ਚੂੰਕਿ ਪਿੰਡ ਵਾਹਵਾ ਆਦਾ ਅਮੀਰਾਂ ਦਾ ਸੀ, ਤਾਂ ਉਹ ਸਰਕਾਰ ਕੋਲੋਂ ਮਨਜ਼ੂਰ ਕਰਵਾ ਲਿਆ ਲੋਅਰ ਮਿਡਲ ਸਕੂਲ ਉਹਨੂੰ ਕਹਿੰਦੇ ਸੀ, 6 ਜਮਾਤਾਂ ਦਾ ਸਕੂਲ। ਉਸ ਤੋਂ ਬਾਅਦ ਪੜ੍ਹ ਕੇ ਪਾਕਪਟਨ ਜਾ ਕੇ ਲੋਕ ਪੜ੍ਹ ਲੈਂਦੇ ਸੀ, ਜਿਹੜੇ ਵੀ ਪੜ੍ਹਦੇ ਸੀ। ਉੱਥੋਂ ਦੀ ਦਾਸਤਾਨ ਦੱਸਿਆ ਜੋ ਵਾਪਰਿਆ ਜਾਂ ਜੋ ਹੋਇਆ ਸੀਗਾ? ਸਾਡਾ ਪਿੰਡ ਘੁਮਿਆਰੀ ਵਾਲਾ ਪਿੰਡ ਬਹੁਤ ਅਮੀਰ ਸੀ। ਬਲੋਚਿਸਤਾਨ ਤੋਂ ਕਬਾਇਲੀ ਲੋਕ ਵੀ ਆਏ ਹੋਏ ਸੀ, ਅਤੇ ਘੇਰਾ ਪਾ ਕੇ ਕਾਫੀ 3 ਦਿਨ ਤੱਕ ਉੱਥੇ ਲੜਾਈ ਹੁੰਦੀ ਰਹੀ। 3 ਦਿਨਾਂ ਤੋਂ ਬਾਅਦ ਜਿਹੜਾ ਸਾਡੇ ਲੋਕ ਜਿਹੜੇ ਨੇ ਕਾਫੀ ਆਪਣੀਆਂ ਬੰਦੂਕਾਂ ਨਾਲ ਲੜਦੇ ਰਹੇ ਔਰ ਮਾਰੇ ਗਏ। ਫਿਰ ਉਹ ਪਿੰਡ 'ਚ ਦਾਖਲ ਹੋ ਕੇ ਉਹਨਾਂ ਨੇ ਕਤਲੇਆਮ ਕਰ ਦਿੱਤਾ, ਜਿਹਦੇ ਵਿੱਚ ਕਿ ਕਤਲ ਹੋਣ ਵਾਲਿਆਂ ਵਿੱਚ ਸਾਡੇ ਫਿਰੋਜ਼ ਪੰਡਤ ਧਿਆਨ ਚੰਦ ਜੀ, ਰਘੁਨਾਥ ਰਾਏ ਜੀ, ਅਵਿਨਾਸ਼ੀ ਲਾਲ, ਕੇਸ਼ਵਾਨੰਦ ਜੀ, ਜਗਨਨਾਥ ਜੀ, ਹੰਸਰਾਜ ਜੀ, ਮੁਨਸ਼ੀ ਰਾਮ ਜੀ, ਗੋਬਿੰਦਾ ਰਾਮ ਜੀ, ਪੀਰਾ ਰਾਮ ਜੀ, ਨਿਰੰਜਨ ਦਾਸ ਜੀ, ਤ੍ਰਿਲੋਕ ਚੰਦ ਜੀ, ਸ਼੍ਰੀਮਤੀ ਮਾਇਆ ਬਾਈ, ਜਵਾਲੀ ਬਾਈ ਆਦਿ ਲੜਦੇ ਹੋਏ ਵੀਰਗਤੀ ਨੂੰ ਪ੍ਰਾਪਤ ਹੋਏ। ਔਰ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ 23, 24, 25 ਅਗਸਤ ਨੂੰ ਹਰ ਸਾਲ ਸ਼ਹੀਦੀ ਦਿਵਸ ਦੇ ਤੌਰ 'ਤੇ ਮਨਾਉਂਦੇ ਹਾਂ।
ਇੱਕ ਦਿਨ ਕੀਰਤਨ ਹੁੰਦਾ ਪਹਿਲੇ ਦਿਨ, ਦੂਜੇ ਦਿਨ ਪਾਠ ਰਹਾ ਕੇ ਤੇ ਤੀਜੇ ਦਿਨ ਜਿਹੜਾ ਹੈ ਉਹਦਾ ਭੋਗ ਪਵਾਈਦਾ, ਭੋਗ ਪਵਾ ਕੇ ਤੇ ਫਿਰ ਲੰਗਰ ਕਰੀਦਾ। ਇਸ ਨੂੰ ਇਸ ਵਾਸਤੇ ਸ਼ੁਰੂ ਕੀਤਾ ਹੈ ਤਾਂ ਕਿ ਆਪਣੇ ਬਜ਼ੁਰਗਾਂ ਦਾ ਮਾਣ ਸਨਮਾਨ ਕਰਦੇ ਰਹੀਏ ਤੇ ਇਸ ਸਾਕੇ ਨੂੰ ਯਾਦ ਆਪ ਵੀ ਕਰੀਏ, ਉਸ ਸਾਕੇ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਢਾਲੀਏ ਔਰ ਅਸੀਂ ਵੀ ਉਹਨਾਂ ਸ਼ਹੀਦਾਂ ਦੇ ਨਾਲ ਮਨ ਪੱਕਾ ਕਰਕੇ ਭਾਰਤ ਮਾਤਾ ਦੀ ਸੇਵਾ ਕਰੀਏ। ਸਾਡੇ ਜਿਹੜੇ ਬਜ਼ੁਰਗ ਸਨ ਉਹਨਾਂ ਨੇ ਇਸਲਾਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਸ਼ਹੀਦ ਹੋ ਗਏ। ਇਸ ਤਰ੍ਹਾਂ ਅਸੀਂ ਉਹਨਾਂ ਦੇ ਆਪਣੇ ਬਜ਼ੁਰਗਾਂ ਦੇ ਜਿਹੜੇ ਕੌਮਾਂ ਆਪਣੇ ਬਜ਼ੁਰਗਾਂ ਦੀਆਂ ਆਪਣੇ ਸ਼ਹੀਦਾਂ ਦੀਆਂ ਯਾਦਾਂ ਨੂੰ ਕਾਇਮ ਰੱਖਦੇ ਨੇ, ਉਹੀ ਵੱਧਦੇ ਨੇ, ਵੱਧ ਸਕਦੇ ਨੇ। ਸੰਸਥਾ ਦੇ ਪ੍ਰਧਾਨ ਸੁਰਿੰਦਰ ਕਾਲੜਾ ਜੀ ਔਰ ਵਾਈਸ ਪ੍ਰਧਾਨ ਰਜਿੰਦਰ ਗੰਗਨੇਜਾ ਜੀ ਔਰ ਮੈਂਬਰ ਜਿਹੜੇ ਨੇ ਮੈਂਬਰ ਵਿਜੇ ਕਾਲੜਾ, ਪੱਪੀ ਕਾਲੜਾ, ਬੇਲਾ ਕਾਲੜਾ, ਮਦਨ ਲਾਲ ਕਾਲੜਾ, ਬੋਰ ਕਾਲੜਾ। ਤੇ ਤੁਹਾਡੀ ਉਮਰ ਉਦੋਂ ਇੰਨੀ ਛੋਟੀ ਸੀਗੀ, ਤੁਸੀਂ ਫਿਰ ਚੱਲ ਕੇ ਕਿਵੇਂ ਇੰਨਾ ਮਤਲਬ ਇੰਨੀ ਦੂਰ ਤੱਕ ਕਿੰਨੇ ਕਿਲੋਮੀਟਰ ਬਣਦਾ ਇੱਥੋਂ? ਦੇਖੋ ਜੀ, ਜਦੋਂ ਡਰ ਹੋਵੇ ਤਾਂ ਉਦੋਂ ਸਭ ਕੁਝ ਹੋ ਜਾਂਦਾ ਹੈ। ਡਰ ਦੇ ਨਾਲ ਸਭ ਤੁਰਿਆ ਯਾਦ ਹੈ। ਮੌਤ ਜਿਹੜੀ ਹੈ ਉਹ ਬਹੁਤ ਹਰ ਇੱਕ ਨੂੰ ਨਜ਼ਰ ਆਉਂਦੀ ਸੀ ਨਾ, ਸਾਨੂੰ ਵੀ ਨਜ਼ਰ ਆਉਂਦੀ ਵੀ ਅਸੀਂ ਮਤਲਬ ਮੌਤ ਦੇ ਮੂੰਹ 'ਚ ਗਏ ਅਤੇ ਹੁਣ ਨਿਕਲੀ ਅਸੀਂ ਜਾਈ ਆ ਰਹੇ ਹਿੰਦੁਸਤਾਨ 'ਚ, ਕਿਉਂਕਿ ਮੁਸਲਮਾਨ ਤਾਂ ਉੱਥੇ ਵੱਢਣ ਨੂੰ ਫਿਰਦੇ ਸੀ ਨਾ, ਫਿਰ ਆਲੇ ਦੁਆਲੇ ਦਾ ਸਾਡੇ ਕਾਫਲੇ ਨੂੰ ਵੱਢਣ ਨੂੰ ਫਿਰਦੇ ਸੀ ਅਤੇ ਸਾਨੂੰ ਇੱਕ ਪਾਕਪਟਨ ਦਾ ਦਮਨ ਸੀ, ਉਹ ਰਸਤੇ ਹੀ ਮਿਲ ਗਿਆ। ਉਹ ਦੋ ਭਰਾ ਸੀ, ਇੱਕ ਉਹਦੀ ਵਹੁਟੀ ਸੀ ਇੱਕ ਜਣੇ ਦੀ, ਅਤੇ ਇੱਕ ਲੜਕਾ ਸੀ ਅਤੇ ਸਮਾਨ ਕਾਫੀ ਪਿਆ ਸੀ ਉਹਨਾਂ ਦਾ ਉੱਥੇ, ਪਤਾ ਨਹੀਂ ਉਹ ਕਿਹੜੇ ਟਰੱਕ 'ਤੇ ਲਿਆਏ ਜਾਂ ਕੋਈ ਕਿਵੇਂ ਲਿਆਏ। ਉਹਨਾਂ ਕੋਲ ਅਸੀਂ ਵੀ ਬਹਿ ਗਏ। ਬਹਿਣ ਤੋਂ ਬਾਅਦ ਕੀ ਹੋਇਆ, ਉਹ ਇੱਕ ਭਰਾ ਆਦੀ ਵਹੁਟੀ ਦੇ ਬੱਚੇ ਲੈ ਕੇ ਵੀ ਮੈਂ ਚੱਲਦਾ ਹੁੰਦਾ ਅਤੇ ਮੈਂ ਕੋਈ ਨਾ ਕੋਈ ਮਿਲਟਰੀ ਦਾ ਟਰੱਕ ਲੈ ਕੇ ਆ ਸਕਦਾ। ਅਸੀਂ ਮੂਰਖ ਸਾਰੇ ਐਡੇ ਵੀ ਸਾਨੂੰ ਪਤਾ ਹੀ ਨਹੀਂ ਵੀ ਅਸੀਂ ਮਤਲਬ ਵੀ ਉਹ ਟੁਰ ਕੇ ਜਾਂਦਾ ਪਿਆ ਅਤੇ ਲੈ ਕਿੱਥੋਂ ਆਵੇਗਾ। ਅਸੀਂ ਬੈਠੇ ਰਹੇ। ਮਿਲਟਰੀ ਵਾਲਾ ਲਾਸਟ ਲੰਘਿਆ, ਉਹ ਕਹਿੰਦਾ ਭਾਈ ਮਾਰੇ ਜਾਓਗੇ, ਮੁਸਲਮਾਨ ਆਲੇ ਦੁਆਲੇ ਇਕੱਠੇ, ਉਹ ਡਾਣੀ ਵੇਖੋ, ਉਹ ਡਾਣੀ ਵੇਖੋ, ਉੱਥੇ ਮੁਸਲਮਾਨ ਇਕੱਠੇ ਹੋ ਕੇ ਅਤੇ ਕਾਫਲੇ ਨੂੰ ਲੁੱਟਣ ਨੂੰ ਫਿਰਦੇ ਨੇ ਅਤੇ ਅਸੀਂ ਸਾਥੋਂ ਬਾਅਦ ਤੁਹਾਡੀ ਕਿਸੇ ਰਕਸ਼ਾ ਨਹੀਂ ਕਰਨੀ ਅਤੇ ਚਲੋ ਤੁਸੀਂ, ਅਸੀਂ ਜਿਵੇਂ ਰਸਤੇ ਨਹੀਂ ਜਾਂਦੇ, ਟਰੱਕ ਆਵੇਗਾ ਸਾਨੂੰ ਲਵਾਂਗੇ ਜਾਵਾਂਗੇ। ਅੱਛਾ। ਉਹ ਫਿਰ ਜਿਹੜੇ ਮੁਸਲਮਾਨ ਵੇਖੇ ਤਾਂ ਮੁੜ ਸੀ ਦਿਨ ਲੈਣ ਵਾਲਾ ਹੋ ਗਿਆ, ਭੱਜ ਪਿਆ ਉੱਥੋਂ ਜੀ। ਘੰਟੇ 'ਚ ਮੇਰਾ ਖਿਆਲ ਪਤਾ ਨਹੀਂ ਅਸੀਂ 10 ਕਿਲੋਮੀਟਰ ਕੀਤਾ ਕਿ 20 ਕਿਲੇ ਕਰਕੇ ਅਤੇ ਅਸੀਂ ਆ ਉੱਥੇ ਹਵੇਲੀ ਰੁਕੇ ਰਾਤ ਉੱਥੇ ਰਹੇ। ਉੱਥੇ ਫਿਰ ਇੰਨੇ ਮਤਲਬ ਕਸ਼ਟ ਝੇਲੇ ਤੁਸੀਂ, ਹੈ ਨਾ? ਕਸ਼ਟ ਤਾਂ ਵੇਖੋ ਜੀ, ਗੰਦਾ ਪਾਣੀ ਪੀਤਾ, ਸਭ ਕੁਝ ਕੀਤਾ, ਕਸ਼ਟ ਤਾਂ ਝੇਲਣੇ ਸੀ। ਗੰਦਾ ਪਾਣੀ ਕਿਵੇਂ? ਤਲਾਬਾਂ ਦੇ ਰਾਹ ਪਾਣੀ ਜਦੋਂ ਨਹੀਂ ਸੀ ਤਾਂ ਪਾਣੀ ਤਾਂ ਕੋਲ ਨਹੀਂ ਸੀ ਨਾ ਸਾਡੇ ਕਿਤੇ ਵੀ। ਅੱਛਾ। ਪਾਣੀ ਪੂਣੀ ਕਿੱਥੋਂ ਲੱਭਦਾ ਸਾਨੂੰ? ਪਾਣੀ ਤਾਂ ਬਸ ਖੂਨ ਹੀ ਖੂਨ ਸਿਰਫ ਤੇ ਲਾਸ਼ਾਂ। ਹਾਂ, ਤੇ ਯਾਨੀ ਤਲਾਬ ਹੋਇਆ ਇੱਥੇ, ਰਾਹ ਤਲਾਬ ਆ ਗਿਆ ਕੋਈ, ਹਾਂਜੀ, ਉੱਥੇ ਜੇ ਪਾਣੀ ਹੈਗਾ ਸੀ ਪੀ ਲਿਆ ਬਸ। ਫਾਜ਼ਿਲਕਾ ਆਉਂਦਿਆਂ ਤੱਕ ਤਾਂ ਮਤਲਬ ਬਹੁਤ ਤਕਲੀਫ ਤਾਂ ਸਹੀ ਹੈ ਨਾ। ਅਤੇ ਇਹ ਰਸਤੇ 'ਚ ਕਹਿੰਦੇ ਲਾਸ਼ਾਂ ਵੀ ਬੜੀਆਂ ਪਈਆਂ ਸੀਗੀਆਂ। ਲਾਸ਼ਾਂ ਬਹੁਤ ਸਾਰੀਆਂ ਲਾਸ਼ਾਂ ਇਹ ਵੀ ਜਿੱਥੇ ਉਹਨਾਂ ਨੂੰ ਅਫਸਰ ਮਿਲਿਆ ਮੁਸਲਮਾਨਾਂ ਨੂੰ, ਉਹਨਾਂ ਨੇ ਕਤਲੇਆਮ ਕੀਤਾ। ਬਾਕੀ ਸਭ ਕਿਉਂਕਿ ਨਾਲ ਕਾਫਲੇ ਦੇ ਨਾਲ ਤਾਂ ਮਿਲਟਰੀ ਸੀ ਹਿੰਦੂ। ਰਾਹ 'ਚ ਸਾਨੂੰ ਜਿਹੜੇ ਅਸੀਂ ਇਕੱਲੇ ਸਾਂ ਰਾਹ 'ਚ ਸਾਨੂੰ ਥਾਣਾ ਵੀ ਆਇਆ। ਉਹਨਾਂ ਕਿਹਾ ਭਾਈ ਤੁਸੀਂ ਰੁਕ ਜਾਓ, ਤੁਸੀਂ ਕਿਉਂ ਭੱਜੇ ਜਾਂਦੇ ਜੀ? ਸਾਰਿਆਂ ਕਿਹਾ ਉੱਥੋਂ ਹੌਲੀ ਹੋ ਜਾਵੇ ਜੀ। ਉੱਥੋਂ ਦੀ ਹੌਲੀ ਹੋ ਗਏ। ਉਹ ਕਹਿੰਦੇ ਵੀ ਕਿਉਂ ਤੁਸੀਂ ਰਹਿ ਜਾਓ, ਇੱਥੇ ਰਹਿ ਜਾਓ, ਤੁਸੀਂ ਸਵੇਰੇ ਤੁਹਾਨੂੰ ਪਹੁੰਚਾ ਦਿਆਂਗੇ। ਅਸੀਂ ਕਹਿੰਦੇ ਜੀ ਨਹੀਂ, ਆ ਸਭ ਸਾਡੇ, ਮੈਨੂੰ ਅਜੇ ਯਾਦ ਹੈ ਉਹ ਕਿ ਉਹਨੂੰ ਕਿਹਾ ਵੀ ਸਾਡੀ ਆ ਜਨਾਨੀ ਹੈ ਅਤੇ ਉਹਨੂੰ ਬੱਚਾ ਹੋਇਆ ਅਤੇ ਉਹ ਅਸੀਂ ਪਹੁੰਚਣਾ, ਹੁਣੇ ਪਹੁੰਚਣਾ। ਅਤੇ ਉਹ ਬਹਾਨਾ ਬਣਾ ਕੇ ਉੱਥੋਂ ਨਿਕਲ ਗਏ। ਅਖੀਰ ਕਾਫਲੇ ਦੇ ਵਿੱਚ ਜਾ ਰਹੇ। ਮੇਰੀ ਮਾਂ ਨੇ ਜੇ ਜ਼ਾਤੀ ਤੌਰ ਪੁੱਛਦੇ, ਮੇਰੀ ਮਾਂ ਨੇ ਉਹ ਸੋਨਾ ਕੁਝ ਹੈਗਾ ਸੀ
ਉੱਥੋਂ ਚੱਕ ਕੇ ਤੇ ਇੱਥੇ ਪਾ ਲਿਆ। ਉਹ ਸੋਨਾ ਨਹੀਂ ਸੀ, ਉਹ ਜੁੱਤੀਆਂ ਦੀ ਗੰਢ ਸੀ। ਅੱਛਾ, ਬਾਅਦ ਚ ਪਤਾ ਲੱਗਾ ਵੀ ਜੁੱਤੀਆਂ ਦੀ ਗੰਢ ਸੀ। ਜੀ ਲੱਗਾ ਜਾ ਵੇਖਿਆ ਤਾਂ, ਪਰ ਜਿਹੜਾ ਸੋਨਾ ਸੀ ਉਹ ਮੇਰੇ ਭਣਵਈਏ ਨੇ ਚੁੱਕ ਲਿਆ। ਜਿਹੜਾ ਸੋਨੇ ਦੀ ਗੰਢ ਸੀ ਨਾ, ਚਾਹੇ ਕਿੱਡੀ ਸੀ, ਉਹ ਮੇਰੇ ਭਣਵਈਏ ਨੇ ਜੀਜੇ ਨੇ ਚੁੱਕ ਲਿਆ, ਤੇ ਮਾਂ ਨੇ ਜਿਹੜਾ ਸੀ ਉਹ ਜੁੱਤੀ ਵਾਲੀ ਗੰਢ ਚੁੱਕ ਲਈ। ਉਹਨੂੰ ਤਾਂ ਪਤਾ ਸੀ ਨਾ ਵੀ ਜੀਜੇ ਦਾ ਵੀ ਮੈਂ ਸੋਨਾ ਚੱਕੀ ਜਾਂਦਾ, ਇਹ ਨਹੀਂ ਵੀ ਉਹ ਕਿਤੇ ਗਲਤ ਮਿਲਦਾ। ਉਹ ਅੱਗੇ ਜਾ ਕੇ ਜਦੋਂ ਵੇਖਿਆ ਤਾਂ ਉਹ ਕਹਿੰਦੀ ਉਹ ਕਰ ਲਓ, ਉਹਦਾ ਕਰਲਾਟਾ ਪੈ ਗਿਆ ਕਿ ਸੋਨਾ ਦੇ ਵਿੱਚ ਉੱਥੇ ਰਹਿ ਗਿਆ। ਆਪਣਾ ਉੱਪਰ ਜੀਜਾ ਦਾ ਨਾਂ ਵੀ ਆਏਗਾ ਆਪਣੇ ਕੋਲ ਸੋਨਾ। ਹੋਰ ਕੋਈ ਪਿੰਡ ਦੇ ਵਿੱਚ ਖੂਹ ਵਗੈਰਾ ਜਾਂ ਕੋਈ ਜਿਹੜੀ ਯਾਦ ਸ਼ਕਤੀ ਤੁਹਾਨੂੰ ਲੱਗਦਾ ਵੀ ਅੱਜ ਬਚੀ ਹੋਣੀ ਹੈ? ਕੋਈ ਖੂਹ ਹੈਗੇ ਸੀ ਉੱਥੇ? ਖੂਹ ਤਾਂ ਆਲੇ ਦੁਆਲੇ ਵੈਸੇ ਜ਼ਮੀਨਾਂ 'ਚ ਸਾਡੇ ਖੂਹ ਹੈਗੇ ਸੀ। ਅੱਛਾ, ਉਹ ਤਾਂ ਮੈਨੂੰ ਯਾਦ ਹੀ ਖੂਹ ਹੈਗੇ ਸੀ। ਇੱਕ ਨੂੰ ਸੰਤਾਂ ਵਾਲਾ ਖੂਹ ਕਹਿੰਦੇ ਸਾਂ, ਇੱਕ ਨੂੰ ਬਾਗ ਵਾਲਾ ਖੂਹ ਕਹਿੰਦੇ ਸਾਂ। ਇਸ ਤਰ੍ਹਾਂ ਕਰਕੇ ਖੂਹ ਤਾਂ ਹੈਗੇ ਸੀ। ਪਿੰਡ ਦੇ ਵਿੱਚ ਖੂਹਾਂ ਨਲਕੇ ਹੈਗੇ ਸੀ, ਪਾਣੀ ਨਲਕਿਆਂ ਦਾ ਸੀ। ਇੱਕ ਵਾਰੀ ਕਹਿੰਦੇ ਨੇ ਜੱਗਾ ਡਾਕੂ ਦੀ ਕੋਈ ਕਹਾਣੀ ਰਿਲੇਟਿਡ ਹੈ ਵਾਹ, ਜੱਟੂ ਰਾਮ ਦੇ ਨਾਲ, ਕੋਈ ਇਸ ਤਰ੍ਹਾਂ ਦੀ ਗੱਲ ਹੈਗੀ ਸੀ? ਬਿਲਕੁਲ ਹੈਗੀ ਸੀ। ਜੱਗਾ ਜੱਟਿਆਂ ਦੇ ਮਿਲਣ ਵਧਾਈਆਂ, ਵੱਡਾ ਹੋ ਕੇ ਡਾਕੇ ਮਾਰਦਾ। ਉਹ ਕੀ ਸੀਗੀ, ਉਹ ਕਹਾਣੀ ਦੱਸੋ ਮੈਨੂੰ। ਉਹ ਇਸ ਤਰ੍ਹਾਂ ਸੀ ਵੀ ਪਾਕਿਸਤਾਨ ਬਣਨ ਤੋਂ ਕੋਈ 25-30 ਸਾਲ ਪਹਿਲੇ ਹਾਂਜੀ, ਜੱਗਾ ਡਾਕੂ ਉੱਥੇ ਡਾਕਾ ਮਾਰਨ ਘੁਮਿਆਰੀ ਵਾਲਾ, ਕਿਉਂਕਿ ਘੁਮਿਆਰੀ ਵਾਲਾ ਮਸ਼ਹੂਰ ਸੀ, ਅਮੀਰ ਲੋਕ ਨੇ, ਅਤੇ ਉਹ 2-3 ਨਾਂ ਉਹਨੇ ਨੋਟ ਕੀਤੇ ਹੋਏ ਸੀ ਵੀ ਇਹਨਾਂ ਨੇ ਮੈਂ ਜਾ ਕੇ ਡਾਕਾ ਮਾਰਨਾ, ਉਹਨਾਂ ਦੀਆਂ ਪੇਟੀਆਂ ਤੋੜਨੀਆਂ। ਅੱਛਾ, ਉਹ ਬੰਦੇ 4 ਸੀ ਜਾਂ 3 ਸੀ। ਇੱਕ ਜਣਾ ਤਾਂ ਉੱਥੇ ਕਿਸੇ ਚੁਬਾਰੇ 'ਤੇ ਖਲੋ ਗਿਆ ਬੰਦੂਕ ਲੈ ਕੇ, ਅਤੇ ਬਾਕੀ ਉਹ ਇੱਕ ਨੇ ਉਹ ਮਿਸਤਰੀ ਨੂੰ ਫੜ ਲਿਆ ਅਤੇ ਵੀ ਪੇਟੀਆਂ ਜਿਹੜੀਆਂ ਚੱਲ ਵੀ ਤੋੜ। ਉਹ ਅਤੇ ਉਂਝ ਉਹਨਾਂ ਹੋਕਾ ਦਵਾ ਦਿੱਤਾ ਵੀ ਅਸੀਂ ਕਿਸੇ ਨੂੰ ਨਹੀਂ ਮਾਰਾਂਗੇ, ਕਿਸੇ ਨੂੰ ਤੰਗ ਨਹੀਂ ਕਰਾਂਗੇ, ਅਸੀਂ ਤਾਂ 2-3 ਘਰ ਜਿਹੜੇ ਲੁੱਟ ਕੇ ਤੇ ਲਿਜਾਵਾਂਗੇ, ਜਾਣਾ ਤੁਹਾਨੂੰ ਅਸੀਂ ਤਾਂ ਸਾਡੇ ਕੋਲ ਡਰਨ ਦੀ ਲੋੜ ਨਹੀਂ ਜਾਂ ਕੁਝ ਨਹੀਂ ਲੋੜ। ਅਤੇ ਉਹ ਫਿਰ ਅੱਛਾ, ਇੱਕ ਜਿਹੜਾ ਬੰਦਾ ਸੀ ਉਹ ਘਰ ਵਿਖਾਉਣ ਵਾਲਾ ਸੀ, ਇੱਕ ਸਰਦਾਰੀ ਲਾਲ ਦੇ ਪੇਟੀ ਲੁੱਟਣੀ ਸੀ, ਉਹਨੇ ਸਰਦਾਰੀ ਲਾਲ ਦੀ ਦੁਕਾਨ 'ਚ ਵਿਖਾਈ, ਹੈਗੀ ਤਾਂ ਹੈਗੀ ਸੀ, ਉਹ ਹੋਰ ਸਰਦਾਰੀ ਲਾਲ। ਅੱਛਾ, ਉਹ ਬਚ ਗਿਆ। ਇੱਕ ਪੇਟੀ ਉਹ ਪੈਸੇ ਵੀ ਤੋੜ ਕੇ ਲੈ ਗਏ। ਜੱਗਾ ਡਾਕਾ ਤਾਂ ਉਸੇ ਮਾਰਿਆ, ਪਰ ਮੈਂ ਜੰਮਿਆ ਸੀ ਵੀ ਨਹੀਂ ਸੀ ਉਸ ਵੇਲੇ। ਮਤਲਬ ਤੁਹਾਨੂੰ ਬਜ਼ੁਰਗਾਂ ਨੇ ਦੱਸਿਆ? ਹਾਂ, ਬਜ਼ੁਰਗਾਂ ਨੇ। ਨਹੀਂ, ਕਿਸੇ ਬਣੇ ਹੋਏ ਸੀ, ਪੰਫਲੇਟ ਛਪੇ ਹੋਏ ਸੀ, ਉਹ ਤਾਂ ਜੱਗੇ ਡਾਕਾ ਮਾਰਿਆ ਘੁਮਿਆਰੀ ਆ। ਅੱਛਾ, ਹਾਂ, ਉਹ ਤਾਂ ਮਤਲਬ ਕਿਤਾਬਾਂ ਛਪੀਆਂ ਹੋਈਆਂ ਸੀ ਪਾਕਿਸਤਾਨ ਵਿੱਚ ਜੱਗੇ ਦੇ ਬਾਰੇ, ਘੁਮਿਆਰੀ ਵਾਲੇ ਦੇ ਬਾਰੇ ਕਿਤਾਬਾਂ ਵਿੱਚ। ਇੱਕ ਹੋਰ ਤੁਹਾਨੂੰ ਮੈਂ ਖਬਰ ਦਿੰਦਾ ਵੀ ਇਹ ਜਿਹੜਾ ਘੁਮਿਆਰੀ ਵਾਲੇ ਸਾਕਾ ਹੋਇਆ ਨਾ, ਇਹ ਅਮਰੀਕਾ ਦੀ ਲਾਇਬ੍ਰੇਰੀ ਵਿੱਚ ਹੈਗਾ। ਅੱਛਾ, ਉਹ ਮੈਨੂੰ ਮੇਰਾ ਦੋਸਤ ਨਹੀਂ ਸੀ, ਮੇਰੇ ਦੋਸਤ ਦਾ ਦੋਸਤ ਹੈਗਾ ਸੀ, ਉਹਨੇ ਉੱਥੋਂ ਲਾਇਬ੍ਰੇਰੀ ਦਾ ਕੱਢ ਕੇ ਨਾ ਰਿਕਾਰਡ ਇੱਥੇ ਭੇਜਿਆ ਸੀ। ਅੱਛਾ ਅੱਛਾ, ਉਹ ਮੈਂ ਰੱਖਿਆ ਸੀ ਕਿਤੇ, ਤੇ ਮੈਨੂੰ ਲੱਭਿਆ ਨਹੀਂ, ਮੁੜ ਪਾ ਗਿਆ। ਅਫਸੋਸ ਰਹਿ ਗਿਆ ਵੀ ਉਹ ਹਰ ਇੱਕ ਨੂੰ ਦਿੰਦੇ ਤਾਂ ਉਹਦੇ ਕਾਫੀ ਡਿਟੇਲ ਲਿਖਿਆ ਹੋਇਆ ਸੀ ਵੀ ਕਿੱਥੇ ਲੜਾਈ ਹੋਈ, ਕੀ ਹੋਇਆ। ਜਿਹੜੀ ਇਸ ਵੇਲੇ ਅਮਰੀਕਾ ਦੀ ਲਾਇਬ੍ਰੇਰੀ ਦੇ ਰਿਕਾਰਡ ਵਿੱਚ ਹੈਰੀਟੇਜ ਬਣਾਇਆ ਉਹਨਾਂ ਨੇ ਹੈ। ਯਾਨੀ ਕਿਸੇ ਕਿਵੇਂ ਗਿਆ ਉੱਥੇ ਰਿਕਾਰਡ ਕੌਣ ਲੈ ਗਿਆ, ਇਹ ਤਾਂ ਆਪਾਂ ਨਹੀਂ, ਆਈ ਡੂ ਨਾਟ ਨੋ। ਬਾਕੀ ਅਮਰੀਕਾ ਦੀ ਲਾਇਬ੍ਰੇਰੀ 'ਚ ਘੁਮਿਆਰੀ ਵਾਲਾ ਰਿਕਾਰਡ ਜੰਗ ਦੇ ਦੌਰਾਨ ਜਿਹੜਾ ਸਾਕਾ ਹੋਇਆ ਨਾ, ਉਹ ਰਿਕਾਰਡ 'ਚ ਹੈ। ਹੁਣ ਉਹ ਪਿੰਡ ਤਾਂ ਤੁਹਾਨੂੰ ਯਾਦ ਆਉਂਦਾ ਹੋਣਾ? ਬਿਲਕੁਲ ਯਾਦ ਆਉਂਦਾ, ਹੁਣ ਵੀ ਆਉਂਦਾ। ਪਤਾ ਨਹੀਂ ਉੱਥੇ ਕੀ ਬਣ ਗਿਆ ਜਾਂ ਨਹੀਂ ਬਣਿਆ। ਜੇ ਸਰਕਾਰਾਂ ਕੋਈ ਵੀਜ਼ਾ ਖੋਲ੍ਹਦੀਆਂ ਜਾਂ ਕੋਈ ਇਹੋ ਜਿਹਾ ਇੱਥੋਂ ਬਾਰਡਰ ਤੋਂ ਰਸਤਾ ਬਣਾਉਂਦੀਆਂ ਤਾਂ ਤੁਸੀਂ ਆਪਣਾ ਪਿੰਡ ਵੇਖਣਾ ਚਾਹੋਗੇ? ਬਿਲਕੁਲ ਵੇਖਣਾ ਚਾਹਾਂਗੇ। ਅਸੀਂ ਤਾਂ ਤਿਆਰ ਹੁੰਦੇ ਰਹਿੰਦੇ ਸਾਰੇ ਘੁਮਿਆਰੀ ਵਾਲੇ ਨੇ ਵੀ ਆਪਾਂ ਇੱਕ ਵਾਰ ਚਲੀਏ। ਅੱਛਾ, ਦਿਲ ਕਰਦਾ ਉਹ ਪਿੰਡ ਵਿੱਚ? ਦਿਲ ਤਾਂ ਬਿਲਕੁਲ ਕਰਦਾ, ਜਿੱਥੇ ਬੰਦਾ ਖੇਡਿਆ ਪੈਦਾ ਹੋਇਆ। ਜਗਰਾਵਾਂ ਮੈਂ ਅਸੀਂ ਰਹੇ ਹਾਂ 3 ਸਾਲ ਰਹੇ ਹਾਂ, 6ਵੀਂ ਪੜ੍ਹਿਆ ਉੱਥੇ, 7ਵੀਂ ਉੱਥੇ, 8ਵੀਂ ਉੱਥੇ ਪੜ੍ਹਿਆ। ਉਹ ਜਿਹੜੀਆਂ ਗਲੀਆਂ ਸੀ ਖੇਡਦੇ ਰਹੇ, ਗਗੜਾ ਖੇਡਦੇ ਰਹੇ, ਤਾਸ਼ ਖੇਡਦੇ ਰਹੇ, ਉਹ ਹੁਣ ਵੀ ਯਾਦ ਆਉਂਦਾ। ਮੈਂ 5-10 ਸਾਲ ਬਾਅਦ ਜਾਂਦਾ ਹੁੰਦਾ ਰਿਹਾ। ਮੈਂ 2-3 ਵਾਰੀ ਹੋਇਆ ਜਗਰਾਵਾਂ। ਅਤੇ ਕਰਨਾ ਕੀ, ਉਹ ਬੇਲੀ ਸਾਥੀ ਸਾਰੇ ਨਿਕਲ ਗਏ, ਕੋਈ ਨੌਕਰੀ ਲੱਗ ਗਿਆ, ਕੋਈ ਨਿਕਲ ਗਿਆ, ਆਪਦਾ ਮਕਾਨ ਵੇਖ ਕੇ ਅਤੇ ਪਿੱਛਾ ਹਟ ਪੈਣਾ। ਕਰਨਾ ਕੁਛ ਵੀ।
ਜਿੱਥੇ ਮਤਲਬ ਬੰਦਾ ਖੇਡਿਆ ਹੋਵੇ, ਕੀਤਾ ਹੋਵੇ, ਪੈਦਾ ਹੋਇਆ ਹੋਵੇ, ਉੱਥੇ ਉੱਥੇ ਤਾਂ ਹੁਣ ਹੁੰਦੀ ਹੈ, ਉੱਥੇ ਤਾਂ ਪ੍ਰੇਮ ਹੁੰਦਾ ਹੀ ਹੁੰਦਾ ਹੈ, ਉਹ ਤਾਂ ਯਾਦ ਆਉਣਾ ਹੀ ਆਉਣਾ।